ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖੋਜ ਗੁਰਬਾਣੀ ਵਿੱਚ ਆਪ ਸਭ ਦਾ ਸਵਾਗਤ ਹੈ ਜੀ। ਸਭ ਨੂੰ ਜੀ ਆਇਆਂ ਜੀ। ਆਓ ਅਸੀਂ ਸਾਰੇ ਮਿਲ ਕੇ ਪਹਿਲਾ ਸ਼ਬਦ ਦਾ ਉਚਾਰਨ ਅਤੇ ਉਸ ਤੋਂ ਉਪਰੰਤ ਉਸ 'ਤੇ ਅਰਥ ਕਰਾਂਗੇ। ਅੱਜ 172ਵੇਂ ਸ਼ਬਦ ਦੀ ਵਾਰੀ ਹੈ ਜੀ। ਗੌੜੀ ਮਾਝ ਮਹੱਲਾ ਪੰਜਵਾਂ। ਮੀਠੇ ਹਰ ਗੁਣ ਗਾਓ ਜਿੰਦ ਤੂੰ, ਮੀਠੇ ਹਰ ਗੁਣ ਗਾਓ। ਸੱਚੇ ਸੇਤੀ ਰਤਿਆਂ, ਮਿਲਿਆ ਨਿਥਾਵੇਂ ਥਾਂ ਰਹਾਓ। ਮੀਠੇ ਹਰ ਗੁਣ ਗਾਓ ਜਿੰਦ ਤੂੰ, ਮੀਠੇ ਹਰ ਗੁਣ ਗਾਓ। ਸੱਚੇ ਸੇਤੀ ਰਤਿਆਂ, ਮਿਲੇ ਨਿਥਾਵੇਂ ਥਾਂ ਰਹਾਓ। ਹੋਰ ਸਾਧ ਸਭ ਫਿੱਕਿਆ, ਤਨ ਮਨ ਫਿੱਕਾ ਹੋਏ। ਵਿਣ ਪਰਮੇਸ਼ਰ ਜੋ ਕਰੇ, ਫਿੱਟ ਸੋ ਜੀਵਨ ਸੋਏ। ਅੰਚਲ ਗਹਿ ਕੇ ਸਾਧਕਾ, ਤਰਨਾ ਏ ਸੰਸਾਰ। ਪਾਰ ਬ੍ਰਹਮ ਆਰਾਧੀਏ, ਉਧਰੇ ਸਭ ਪਰਿਵਾਰ। ਸਾਜਨ ਬੰਦ ਸਮਰਤ ਸੋ, ਹਰ ਨਾਮ ਹਿਰਦੇ ਦੇ। ਅਵਗੁਣ ਸਭ ਮਿਟਾਏ ਕੇ, ਪਰ ਉਪਕਾਰ ਕਰੇ। ਮਾਲ ਖਜ਼ਾਨਾ ਥੇ ਕਰ, ਹਰ ਕੇ ਚਰਨ ਨਿਧਾਨ। ਨਾਨਕ ਜਾਚਕ ਦਰ ਤੇਰੇ, ਪ੍ਰਭ ਤੁਧਨੋਂ ਮੰਗੇ ਦਾਨ। ਮਾਲ ਖਜ਼ਾਨਾ ਥੇ ਕਰ, ਹਰ ਕੇ ਚਰਨ ਨਿਧਾਨ। ਨਾਨਕ ਜਾਚਕ ਦਰ ਤੇਰੇ, ਪ੍ਰਭ ਤੁਧਨੋਂ ਮੰਗੇ ਦਾਨ। ਇਸ ਸ਼ਬਦ ਵਿੱਚ ਗੁਰੂ ਜੀ ਸਾਨੂੰ ਦੱਸਦੇ ਹਨ ਕਿ ਹੇ ਜਿੰਦੜੀਏ, ਪਰਮੇਸ਼ਰ ਹਰੀ ਦੇ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਦੇ ਮਿੱਠੇ ਗੁਣ ਗਾਇਨ ਕਰ। ਫਿਰ ਗੁਰੂ ਜੀ ਕਹਿੰਦੇ ਹਨ, ਹੇ ਮੇਰੀ ਜਿੰਦੜੀਏ, ਤੂੰ ਇਹ ਸਮਝ ਲੈ ਕਿ ਉਸ ਸੱਚੇ ਪਰਮਾਤਮਾ ਪਰਮੇਸ਼ਰ ਨਾਲ ਗੁਰਸ਼ਬਦ ਗੁਰਬਾਣੀ ਨਾਮ ਦੁਆਰਾ ਰਤਿਆਂ ਨਿਥਾਵੇ ਜੀਵਨ ਨੂੰ ਸੁੰਦਰ ਥਾਂ ਟਿਕਾਣਾ ਪ੍ਰਾਪਤ ਹੁੰਦਾ ਹੈ ਜੀ। ਭਾਵ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਦੁਆਰਾ ਹੀ ਤੂੰ ਅਸਲ ਸੱਚੇ ਪਰਮੇਸ਼ਰ ਦੇ ਘਰ ਵਿੱਚ ਥਾਂ ਬਣਾਉਣੀ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਹੀ ਜਿੰਦੜੀਏ, ਪਰਮੇਸ਼ਰ ਹਰੀ ਦੇ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਗਾਉਣ ਤੋਂ ਬਿਨਾਂ ਹੋਰ ਸਾਰੇ ਸਵਾਦ ਫਿੱਕੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਅਤੇ ਜਿਨ੍ਹਾਂ ਦੇ ਚਖਣ ਨਾਲ ਤਨ ਅਤੇ ਮਨ ਵੀ ਫਿੱਕਾ ਹੋ ਜਾਂਦਾ ਹੈ। ਫਿਰ ਗੁਰੂ ਜੀ ਕਹਿੰਦੇ ਹਨ, ਪਰਮੇਸ਼ਰ ਦੇ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਦੇ ਜਸ ਤੋਂ ਬਿਨਾਂ ਜੀਵ ਮਨੁੱਖ ਜੋ ਕੁਝ ਵੀ ਕਰਦਾ ਹੈ ਜੀ, ਫਿਰ ਗੁਰੂ ਜੀ ਕਹਿੰਦੇ ਹਨ, ਉਸਦਾ ਉਹ ਜੀਵਨ ਫਿਟਕਾਰਨਯੋਗ ਜੀਵਨ ਬਣ ਜਾਂਦਾ ਹੈ ਜੀ। ਭਾਵ ਉਹ ਜੀਵਨ ਵਿਅਰਥ ਜੀਵਨ ਬਣ ਜਾਂਦਾ ਹੈ ਜੀ, ਵਿਅਰਥ ਹੀ ਜਾਂਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਹੇ ਮੇਰੀ ਜਿੰਦੜੀਏ, ਸਾਧ ਰੂਪ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਦਾ ਪੱਲਾ ਪਕੜ ਕੇ ਹੀ ਭਾਵ ਸਿਮਰ ਕੇ ਹੀ, ਆਸਰਾ ਲੈ ਕੇ ਹੀ ਇਸ ਜਗਤ ਸੰਸਾਰ ਸਾਗਰ ਤੋਂ ਤਰਨਾ ਹੋ ਸਕਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਇਸ ਲਈ ਪਾਰ ਪਰਮੇਸ਼ਰ ਨੂੰ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਦੁਆਰਾ ਸਿਮਰਨਾ ਚਾਹੀਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਜਿਸ ਦੇ ਨਾਲ ਨਾ ਸਿਰਫ ਅਸੀਂ ਆਪਣਾ ਆਧਾਰ ਕਰ ਸਕਦੇ ਹਾਂ, ਆਪਣਾ ਜੀਵਨ ਬਦਲ ਸਕਦੇ ਹਾਂ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਬਲਕਿ ਅਸੀਂ ਆਪਣੇ ਸੰਗ ਹੋਰਨਾਂ ਨੂੰ ਵੀ ਲਾ ਕੇ ਉਹਨਾਂ ਨੂੰ ਵੀ ਇਸ ਸੱਚੇ ਜੀਵਨ ਬਾਰੇ ਦੱਸ ਸਕਦੇ ਹਾਂ, ਜਿਸ ਨਾਲ ਸੰਪੂਰਨ ਰੂਪ ਗੁਰਮੁਖ ਸੰਗਤ ਕਰਦੇ ਹਨ ਜੀ। ਉਹਨਾਂ ਦਾ ਜੀਵਨ ਵੀ ਅੱਛਾ ਹੋ ਜਾਂਦਾ ਹੈ ਜੀ।
ਫਿਰ ਗੁਰੂ ਜੀ ਕਹਿੰਦੇ ਹਨ, ਹੇ ਜਿੰਦੜੀਏ, ਅਸਲੀ ਸੱਚਾ ਸੱਜਣ ਸੰਬੰਧੀ ਅਤੇ ਉੱਤਮ ਸ੍ਰੇਸ਼ਟ ਮਿੱਤਰ ਉਹੀ ਹਨ ਜੀ। ਫਿਰ ਗੁਰੂ ਜੀ ਕਹਿੰਦੇ, ਜਿਹੜੇ ਸਿਮਰਨ ਕਰਨ ਲਈ ਪਰਮੇਸ਼ਰ ਹਰੀ ਦਾ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਹਿਰਦੇ ਵਿੱਚ ਵਸਾਉਣ ਵਾਸਤੇ ਮਦਦ ਕਰਨ ਜੀ, ਰਸਤਾ ਦੱਸਣ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਅਤੇ ਸਾਡੇ ਸਾਰੇ ਔਗੁਣਾਂ ਨੂੰ ਸਾੜ ਕੇ, ਭਾਵ ਸਾਡੇ ਵਿਕਾਰ ਤੇ ਤ੍ਰਿਸ਼ਨਾਵਾਂ ਨੂੰ ਕਾਬੂ ਵਿੱਚ ਲਿਆ ਕੇ ਸਾਡੇ ਉੱਤੇ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਨੂੰ ਜਪਾਉਣ ਵਾਲਾ ਪਰਉਪਕਾਰ ਕਰਨ ਜੀ, ਭਾਵ ਮਿਹਰ ਤੇ ਕਿਰਪਾ ਕਰਨ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਹੇ ਮੇਰੀ ਜਿੰਦੜੀਏ, ਪਰਮੇਸ਼ਰ ਹਰੀ ਦੇ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਰੂਪ ਚਰਨ ਹੀ ਤੇਰੇ ਲਈ ਸਭ ਤਰ੍ਹਾਂ ਦੇ ਧਨ ਪਦਾਰਥ, ਨਿਦਾਨ, ਖਜ਼ਾਨੇ ਥੇ, ਭਾਵ ਟਿਕਾਣਾ, ਅਸਲੀ ਟਿਕਾਣਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਅਤੇ ਇਹ ਹੀ ਤੇਰਾ ਅਸਲੀ ਘਰ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਹੇ ਪਰਮੇਸ਼ਰ, ਅਸੀਂ ਜਾਚਕ ਭਾਵ ਮੰਗਤੇ ਤੇਰੇ ਦਰ ਉੱਤੇ ਖੜੇ ਹਾਂ ਜੀ, ਅਤੇ ਬੇਨਤੀ ਕਰਦੇ ਹਾਂ ਜੀ ਕਿ ਤੁਸੀਂ ਸਾਡੇ ਉੱਤੇ ਇਹ ਪਰਉਪਕਾਰ, ਸਾਡੀ ਮੰਗ ਸਾਨੂੰ ਦਾਨ ਵਜੋਂ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਸਾਡੇ ਪੱਲੇ ਪਾ ਦਿਓ ਜੀ। ਇਸ ਸ਼ਬਦ ਦਾ ਸਾਰ ਇਸ ਤਰ੍ਹਾਂ ਕਰੀਏ ਜੀ। ਇਸ ਸ਼ਬਦ ਦੀ ਇਸ ਪੰਕਤੀ 'ਚ ਜਿਸ ਤਰ੍ਹਾਂ ਗੁਰੂ ਜੀ ਦੱਸਦੇ ਹਨ, ਨਾਨਕ ਜਾਚਕ ਦਰ ਤੇਰੇ ਪ੍ਰਭ ਤੁਧਨੋਂ ਮੰਗੇ ਦਾਨ, ਨਾਨਕ ਜਾਚਕ ਦਰ ਤੇਰੇ ਪ੍ਰਭ ਤੁਧਨੋਂ ਮੰਗੇ ਦਾਨ। ਗੁਰੂ ਜੀ ਸਾਨੂੰ ਦੱਸਦੇ ਹਨ ਕਿ ਹੇ ਪਰਮੇਸ਼ਰ, ਮੈਂ ਤੇਰੇ ਦਰ 'ਤੇ ਜਾਚਕ ਭਾਵ ਮੰਗਤਾ ਖਲੋਤਾ ਹਾਂ ਜੀ, ਅਤੇ ਮੇਰੇ 'ਤੇ ਆਪਣੀ ਮਿਹਰ ਕਿਰਪਾ ਕਰਕੇ ਮੈਨੂੰ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਦਾ ਦਾਨ ਬਖਸ਼ੋ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਹੇ ਮੇਰੀ ਜਿੰਦੜੀਏ, ਤੂੰ ਪਰਮੇਸ਼ਰ ਦੇ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਦੇ ਮਿੱਠੇ ਗੁਣ ਗਾਇਨ ਕਰੋ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਪਰਮੇਸ਼ਰ ਹਰੀ ਦੇ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਗੁਣ ਗਾਉਣ ਦੇ ਰਸ ਤੋਂ ਬਿਨਾਂ ਬਾਕੀ ਸਾਰੇ ਰਸ ਫਿੱਕੇ ਹਨ ਜੀ, ਭਾਵ ਬਾਕੀ ਸਾਰੇ ਸਵਾਦ ਫਿੱਕੇ ਹਨ ਜੀ। ਫਿਰ ਗੁਰੂ ਜੀ ਸਾਨੂੰ ਕਹਿੰਦੇ ਹਨ ਕਿ ਸਾਰੀਆਂ ਤ੍ਰਿਸ਼ਨਾਵਾਂ, ਵਿਕਾਰ ਪਦਾਰਥ, ਸ਼ੱਕਰ, ਖੰਡ, ਭਾਵੇਂ ਮਿਸਰੀ, ਮਾਖਿਓ ਅਤੇ ਮਾਝਾ ਦੁੱਧ, ਭਾਵੇਂ ਆਦਿ ਹੋਰ ਵਸਤੂਆਂ ਬੜੀਆਂ ਮਿੱਠੀਆਂ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਪਰ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਦੀ ਮਿਠਾਸ ਦੇ ਮੁਕਾਬਲੇ, ਅਸਲੀ ਮਿਠਾਸ ਦੇ ਮੁਕਾਬਲੇ ਵਿੱਚ ਇਹ ਸਭ ਕੁਝ ਵੀ ਨਹੀਂ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਫਿੱਕੇ ਰਸਾਂ ਨਾਲ ਜੀਵਨ ਫਿੱਕਾ ਤੇ ਫਟਕਾਰਯੋਗ ਹੋ ਜਾਂਦਾ ਹੈ ਜੀ, ਭਾਵ ਬੇਕਾਰ ਹੋ ਜਾਂਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਪਰ ਸਾਧ ਸੰਗਤ ਤੇ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਦੇ ਸੰਗਤ ਨਾਲ ਕਰਕੇ ਮਨੁੱਖਾ ਜੀਵਨ ਅਸਲੀ ਥਾਂ, ਭਾਵ ਆਪਣਾ ਅਸਲੀ ਟਿਕਾਣਾ ਪ੍ਰਾਪਤ ਕਰ ਲੈਂਦਾ ਹੈ ਜੀ। ਸੋ ਸਿਧਾਂਤ ਇਹ ਹੈ ਜੀ ਕਿ ਪਰਮੇਸ਼ਰ ਦਾ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਕਰਨ ਨਾਲ ਜੀਵ ਮਨੁੱਖ ਕੇਵਲ ਆਪ ਹੀ ਨਹੀਂ ਤਰਦਾ, ਫਿਰ ਗੁਰੂ ਜੀ ਕਹਿੰਦੇ ਹਨ, ਸਗੋਂ ਸਾਰੇ ਜੋ ਉਸ ਦੀ ਸੰਗਤ ਵਿੱਚ ਆਉਂਦੇ ਹਨ ਜੀ, ਜੋ ਵੀ ਉਹਦਾ ਸਾਥ ਕਰਦੇ ਹਨ ਜੀ, ਫਿਰ ਗੁਰੂ ਜੀ ਕਹਿੰਦੇ ਹਨ, ਉਹਨਾਂ ਨੂੰ ਵੀ ਇਸ ਭਾਵ ਸਾਗਰ ਤੋਂ ਤਾਰ ਲੈਂਦਾ ਹੈ ਜੀ, ਭਾਵ
ਉਹਨਾਂ ਨੂੰ ਵੀ ਇਸ ਅਣਮੁੱਲੇ ਗੁਰਸ਼ਬਦ ਗੁਰਬਾਣੀ ਨਾਮ ਰਸਤੇ ਪਾ ਦਿੰਦਾ ਹੈ ਜੀ। ਸੋ ਅਸੀਂ ਪਰਮੇਸ਼ਰ ਅੱਗੇ ਇਹੀ ਦਾਨ ਮੰਗਣਾ ਹੈ ਜੀ ਕਿ ਉਹ ਸਾਡੇ ਉੱਤੇ ਪਰਉਪਕਾਰ ਕਰਨ, ਆਪਣੀ ਮਿਹਰ ਕਿਰਪਾ ਨਾਲ ਸਾਨੂੰ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਦਾ ਦਾਨ ਬਖਸ਼ਣ ਜੀ। ਇਸ ਸ਼ਬਦ ਦੀਆਂ ਇਹਨਾਂ ਪੰਕਤੀਆਂ 'ਚ ਗੁਰੂ ਜੀ ਸਾਨੂੰ ਦੱਸਦੇ ਹਨ, ਮਾਲ ਖਜ਼ਾਨਾ ਥੇ ਕਰ ਹਰ ਕੇ ਚਰਨ ਨਿਦਾਨ, ਨਾਨਕ ਜਾਚਕ ਦਰ ਤੇਰੇ ਪ੍ਰਭ ਤੁਧਨੋਂ ਮੰਗੇ ਦਾਨ। ਮਾਲ ਖਜ਼ਾਨਾ ਥੇ ਕਰ ਹਰ ਕੇ ਚਰਨ ਨਿਦਾਨ, ਨਾਨਕ ਜਾਚਕ ਦਰ ਤੇਰੇ ਪ੍ਰਭ ਤੁਧਨੋਂ ਮੰਗੇ ਦਾਨ। ਅੱਜ ਦਾ ਵਿਚਾਰ ਕਰਦਿਆਂ ਮੇਰੇ ਕੋਲੋਂ ਨੇਕਾਂ ਭੁੱਲਾਂ ਹੋਈਆਂ ਹੋਣਗੀਆਂ, ਉਸ ਵਾਸਤੇ ਮੈਂ ਖਿਮਾ ਦੀ ਜਾਚਕ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।